ਹੈਲੋ ਸਟੂਡੈਂਟਸ, ਅਸੀਂ ਚੈਪਟਰ ਸ਼ੁਰੂ ਕੀਤਾ ਰੋਟੇਸ਼ਨਲ ਮੋਸ਼ਨ, ਜਿੱਦਾਂ ਅਸੀਂ ਸੈਕੰਡ ਲੈਕਚਰ ਆਪਾਂ ਲਗਾਉਣ ਜਾ ਰਹੇ ਹਾਂ। ਤਾਂ ਲਾਸਟ ਟਾਈਮ ਅਸੀਂ ਪਹੁੰਚੇ ਸਾਂ ਇਸ ਟੌਪਿਕ ਨੂੰ ਡਿਸਕਸ ਕਰਨਾ ਸੀ ਮੂਵਮੈਂਟ ਆਫ ਇਨਰਸ਼ੀਆ। ਸੋ ਵਰਡ ਆ ਰਿਹਾ ਇੱਥੇ ਇਨਰਸ਼ੀਆ। ਤਾਂ ਯਾਦ ਹੈ ਲੀਨੀਅਰ ਮੋਸ਼ਨ 'ਚ ਅਸੀਂ ਡਿਸਕਸ ਕੀਤਾ ਜਦੋਂ ਟਰਮ ਆਈ ਸੀ ਇਨਰਸ਼ੀਆ। What is meaning of this term inertia? ਕੀ ਕਿਹਾ ਸੀ? Inertia is a property of the body due to which it resists any change in state of motion. अगर body rest ਤੇ ਪਈ ਹੈ, ਇਹ ਕੀ ਚਾਹੁੰਦੀ ਹੈ? It will remain at rest unless ਜਦ ਤੱਕ ਬਾਹਰੋਂ ਹੀ external force ਨਹੀਂ ਲਗਾਉਂਦੇ ਤਦ ਤੱਕ ਇਹ ਆਪਣੀ rest ਦੀ position change ਨਹੀਂ ਕਰੇਗਾ। If it is moving with uniform speed along a straight line, ਜਾਂ ਇਟ ਇਜ਼ ਮੂਵਿੰਗ ਵਿਦ ਅ ਯੂਨੀਫਾਰਮ ਵੈਲੋਸਿਟੀ। ਜਦੋਂ ਵੈਲੋਸਿਟੀ ਕਹਿਤਾ ਯੂਨੀਫਾਰਮ, ਇਟ ਮੀਨਸ ਮੈਗਨੀਚਿਊਡ ਵੀ ਸੇਮ ਆ ਅਤੇ ਡਾਇਰੈਕਸ਼ਨ ਵੀ ਸੇਮ ਆ। ਅਗਰ ਬਾਡੀ ਜਾ ਰਹੀ ਹੈ ਕਿਸੇ ਖਾਸ ਸਪੀਡ 'ਤੇ ਖਾਸ ਡਾਇਰੈਕਸ਼ਨ 'ਚ, ਅਤੇ ਜਦ ਤੱਕ ਬਾਹਰੋਂ ਫੋਰਸ ਨਹੀਂ ਲਗਾਵਾਂਗੇ ਇਹਦੀ ਸਟੇਟ ਚੇਂਜ ਨਹੀਂ ਹੋਣੀ। ਇਹ ਸਾਡਾ ਸੀ ਇਨਰਸ਼ੀਆ। ਤਾਂ ਕੀ ਗੱਲਾਂ ਆ ਗਈ ਤੁਹਾਡੇ ਕੋਲ? ਇੱਕ, ਕਿਸੇ ਬਾਡੀ ਨੂੰ ਰੈਸਟ ਤੋਂ ਮੂਵ ਕਰਨਾ, ਵੀ ਰਿਕੁਆਇਰ ਫੋਰਸ। ਕਿਸੇ ਬਾਡੀ ਦੀ ਸਪੀਡ ਚੇਂਜ ਕਰਨੀ ਆ, we require force. किसी body की direction change करनी है, we require force. In the absence of any external force, these things cannot be changed. ਹੁਣ ਅਸੀਂ ਕਿਹਦੇ ਵਿੱਚ ਆ ਚੁੱਕੇ ਹਾਂ? We have come in rotational motion. तो कह रहे हैं कि body ਸਾਡੇ ਕੋਲ है like this. ਆਹ ਕੋ body ਹੈ, ਵੈਸੇ ਸ਼ੋ ਮਾਸ ਸ਼ੋ ਕਰ ਰਿਹਾ। ਆਹ ਸਾਈਡ ਇਸ ਘੁੰਮਦੀ ਪਈ ਹੈ, ਇਹਦੀ ਰੋਟੇਸ਼ਨ ਹੋ ਰਹੀ ਹੈ, ਸਾਈਡ 'ਚ ਘੁੰਮਦੀ ਪਈ ਹੈ। तो की कह रहा? what would happen if this body is at rest? तो अपने आप ये घूमना रोटेट करना शुरू नहीं कर सकती। पहली गल, unless some external, दसो की डिस्कस किया सी लास्ट टाइम, की आया तुहाडे मन च? तो असीं किहा सी the role which force obeys in linear motion, the same role is obeyed by torque। यह टर्म से आपां कीती डिस्कस, torque। Torque plays the same role as the force plays in linear motion। ਸੋ ਕੀ ਦੇਖਿਆ? ਕਿਸੇ ਬਾਡੀ ਨੂੰ ਖਲੋਤੀ ਪਈ ਆ, ਐਟ ਰੈਸਟ ਆ, ਰੋਟੇਟ ਕਰਨਾ, ਤੇ ਵੀ ਰਿਕੁਆਇਰ ਟਾਰਕ। ਬਿਨਾਂ ਟਾਰਕ ਲਾਏ ਬਾਡੀ ਰੋਟੇਟ ਨਹੀਂ ਹੋਏਗੀ। ਬਾਡੀ ਰੋਟੇਟ ਹੋ ਰਹੀ ਹੈ, ਖਾਸ ਡਾਇਰੈਕਸ਼ਨ 'ਚ ਘੁੰਮਦੀ ਪਈ ਹੈ, ਇਹ ਖਾਸ ਵੈਲੋਸਿਟੀ 'ਤੇ ਘੁੰਮਦੀ ਪਈ ਸਾਡੇ ਕੋਲ, ਰੋਟੇਸ਼ਨਲ ਮੋਸ਼ਨ ਉਹਦੀ ਹੈ ਸਾਡੇ ਕੋਲ। ਇਟ ਹੈਜ਼ ਸਮ angular velocity omega. This omega cannot be changed in the absence of torque। बिना torque लगाए ਅਸੀਂ ਇਹਦੀ angular velocity change ਨਹੀਂ ਕਰ ਸਕਦੇ। ਇਟ ਮੀਨਸ ਨਾ ਉਹਦੀ ਘੁੰਮਣ ਦੀ ਸਪੀਡ ਚੇਂਜ ਕਰ ਸਕਦੇ ਹਾਂ ਅਤੇ ਨਾ ਡਾਇਰੈਕਸ਼ਨ ਚੇਂਜ ਕਰ ਸਕਦੇ ਹਾਂ ਜਿਹੜੇ ਪਾਸੇ ਉਹ ਬਾਡੀ ਘੁੰਮ ਰਹੀ ਹੈ। ਸੋ ਦਿਸ ਜਿਹੜੀ ਚੀਜ਼ ਆ, ਦਿਸ ਇਨਰਸ਼ੀਆ in rotational motion is called movement of inertia. So the property of the body due to which it resists any change in its rotational motion is called movement of inertia. So ਕੀ ਰਹੇਗਾ? ਕੋਈ ਵੀ ਉਹ ਪ੍ਰੋਪਰਟੀ ਜਿਹੜੀ ਚੇਂਜ ਨੂੰ ਅਪੋਜ਼ ਕਰਦੀ ਪਈ ਹੈ, that is movement of inertia। ਤਾਂ ਚਲੋ ਆਪਾਂ ਮੇਨ ਡਿਫਾਈਨ ਕਰਨਾ ਇਹਦਾ। ਸੋ ਦੇਖੋ, ਇਟ ਇਜ਼ ਡਿਫਾਈਨਡ ਐਜ਼ ਹੁਣ ਕੀ ਗੱਲ ਆਈ ਸਾਡੇ ਕੋਲ? ਹੁਣ ਅਗਰ ਦੇਖੀਏ ਆਪਾਂ ਉਸ ਸਾਈਡ 'ਤੇ ਕੌਣ ਸੀ? ਮੋਰ ਦਾ ਮਾਸ ਆਫ ਦਾ ਬਾਡੀ, ਮੋਰ ਦਾ ਇਨਰਸ਼ੀਆ। ਜਿੰਨੀ ਭਾਰੀ ਬਾਡੀ ਆ ਉਹਨੂੰ ਖਲੋਤੀ ਬਾਡੀ ਨੂੰ ਮੂਵ ਕਰਨਾ ਵੀ ਡਿਫੀਕਲਟ ਆ, ਚੱਲਦੀ ਪਈ ਭਾਰੀ ਬਾਡੀ ਉਹਨੂੰ ਰੋਕਣਾ ਵੀ ਡਿਫੀਕਲਟ ਆ, ਉਹਦੀ ਡਾਇਰੈਕਸ਼ਨ ਵੀ ਚੇਂਜ ਕਰਨੀ ਡਿਫੀਕਲਟ ਹੈ। ਸੇਮ ਹੀਅਰ, ਐਸ ਕੇ 'ਚ ਇਕੱਲਾ ਹੀ ਮਾਸ ਹੀ ਨਹੀਂ, ਬਟ ਆਲਸੋ ਦਾ ਪੋਜੀਸ਼ਨ ਆਫ ਦਾ ਮਾਸ। ਆਪਾਂ ਨਾਲ ਹੀ ਡਾਇਗਰਾਮ ਬਣਾ ਕੇ ਦੇਖ ਲਈਏ। ਅੱਜ ਜਨਰਲ ਆਪਾਂ ਕੋਈ ਡਾਇਗਰਾਮ ਬਣਾਈ ਸੀ, ਕੋਈ 3 ਡਾਇਮੈਂਸ਼ਨਲ ਬਾਡੀ ਸਾਡੇ ਕੋਲ ਆਫ ਐਨੀ ਸ਼ੇਪ। ਆਹ ਐਕਸਿਸ ਆਪਾਂ ਸ਼ੋ ਕੀਤੀ ਸੀ ਉਦੋਂ ਵੀ ਲਾਸਟ ਟਾਈਮ। ਦਿਸ ਬਾਡੀ ਇਜ਼ ਸੇ ਰੋਟੇਟਿੰਗ ਲਾਈਕ ਦਿਸ। ਸੋ ਡਿਫਰੈਂਟ ਪਾਰਟੀਕਲਸ ਜਿਹੜੇ ਨੇ ਆਰ ਇਜ਼ ਐਕਸਿਸ ਆਫ ਰੋਟੇਸ਼ਨ। ਕੋਈ ਪਾਰਟੀਕਲ ਇੱਥੇ ਪਿਆ ਸਾਡੇ ਕੋਲ, ਵਾਲੀ ਦਾ ਨਾਮ ਰੱਖਦੀ ਹੈ M1, ਪਾਰਟੀਕਲ ਦਾ ਮਾਸ ਹੈ, ਡਿਸਟੈਂਸ ਕਿੰਨਾ ਹੈ R1। ਕੋਈ ਇਸ ਜਗ੍ਹਾ 'ਤੇ ਪਿਆ ਹੈ M2, ਡਿਸਟੈਂਸ R2 ਐਂਡ ਸੋ ਔਨ। ਕਿਤੇ ਪਾਰਟੀਕਲ ਪਿਆ MN,
ਐਂਡ ਡਿਸਟੈਂਸ ਆਰ ਐਨ। ਇੱਕ ਤਾਂ ਬੋਡੀ ਪਈ ਆ। ਸੋ ਇਸ ਕੇਸ 'ਚ ਕੀ ਆ, ਨਾਟ ਓਨਲੀ ਦਾ ਮਾਸ ਆਫ ਦਾ ਪਾਰਟੀਕਲਸ ਬਟ ਆਲਸੋ ਦਾ ਪੋਜੀਸ਼ਨ ਆਫ ਦਾ ਪਾਰਟੀਕਲ ਮੈਟਰਸ। ਸੋ ਇਹਨਾਂ ਦਾ ਵੀ ਰੋਲ ਵਿੱਚ ਇਹਨਾਂ ਨੇ ਪਲੇ ਕਰਨਾ ਵੀ ਕਿੰਨੇ ਡਿਸਟੈਂਸ 'ਤੇ ਜਿਹੜੇ ਆ ਮਾਸ ਪਿਆ ਫਰੋਮ ਦਿਸ ਐਕਸਿਸ, ਕਿਉਂਕਿ ਇਟ ਇਜ਼ ਡਿਫਾਈਨਡ ਐਜ਼ ਦਾ ਕੀ ਕਹਾਂਗੇ, ਦ ਸਮ ਆਫ ਪ੍ਰੋਡਕਟਸ, sum of the products of masses of the various particles of body and their and square of their respective distance from axis of rotation। ਪੜ੍ਹਨ ਵਿੱਚ ਤੇ ਜ਼ਿਆਦਾਤਰ ਸਮਝਣ ਥੋੜੀ ਡਿਫਿਕਲਟ ਲੱਗਦੀ ਸਟੇਟਮੈਂਟ, ਪਰ ਕੋਈ ਗੱਲ ਨਹੀਂ, ਆਪਾਂ ਦੇਖ ਲਈਏ। ਇਟ ਇਜ਼ ਡਿਫਾਈਨਡ ਐਜ਼ ਦਾ ਸਮ ਆਫ ਪ੍ਰੋਡਕਟਸ ਆਫ ਮਾਸਸ ਆਫ ਦਾ ਵੇਰੀਅਸ ਪਾਰਟੀਕਲਸ ਆਫ ਦਾ ਬੋਡੀ ਐਂਡ ਸਕੇਅਰਸ ਆਫ ਦੇਅਰ ਰਿਸਪੈਕਟਿਵ ਡਿਸਟੈਂਸ ਫਰੋਮ ਐਕਸਿਸ ਆਫ ਰੋਟੇਸ਼ਨ। ਆਹ ਤੁਸੀਂ ਨੋਟ ਕਰ ਲਓ। ਹੁਣ ਉਹਨੂੰ ਆਮ ਦੇਖਦੇ ਹਾਂ। ਮੈਂ ਫਿਰ ਕਹਿ ਰਿਹਾ, ਕਈ ਡੈਫੀਨੇਸ਼ਨ ਬੁੱਕਸ 'ਚ ਲਿਖੀਆਂ ਹੁੰਦੀਆਂ ਨੇ, ਅੱਛੀਆਂ ਲਿਖੀਆਂ ਹੁੰਦੀਆਂ ਨੇ, ਉਹਨਾਂ ਕੰਸਾਈਜ਼ ਕਰਕੇ ਲਿਖੀਆਂ ਹੁੰਦੇ ਨੇ ਵੀ ਇੱਕੋ ਲਾਈਨ ਵਿੱਚ ਮੀਨਿੰਗ ਜਿਹੜਾ ਕਲੀਅਰ ਹੋ ਜਾਏ, ਪਰ ਆਮ ਤੌਰ 'ਤੇ ਬੱਚੇ ਸਮਝਣ 'ਚ ਇਹਨਾਂ ਨੂੰ ਮੁਸ਼ਕਿਲ ਕਰ ਜਾਂਦੇ ਨੇ। ਤਾਂ ਨਹੀਂ ਵੀ ਡੈਫੀਨੇਸ਼ਨ ਯਾਦ ਹੋ ਰਹੀ ਆਹ ਵਾਲੀ, ਕੋਈ ਪ੍ਰੋਬਲਮ ਨਹੀਂ, ਅਸੀਂ ਆਪਣੀ ਲੈਂਗੁਏਜ 'ਚ ਲਿਖ ਸਕਦੇ ਹਾਂ। ਸੋ ਪਹਿਲਾਂ ਸਮਝ ਲਈਏ, ਫਿਰ ਆਪਾਂ ਦੇਖ ਲਈਏ ਵੀ ਹੋਰ ਕੀ ਤਰੀਕਾ ਆਪਾਂ ਲਿਖਣ ਦਾ ਇਹਨੂੰ। ਤਾਂ ਕੀ ਕਹਿ ਰਿਹਾ ਇਸ ਕੇਸ 'ਚ, ਐਕਸਪਲੇਨ ਕਰਕੇ ਦੇਖੀਏ। Let there be a rigid body with n particles m1, m2 and so on, mn be their masses ਕਾਹਦਾ, particles ਦਾ, r1 r2 rn be respective distance of particles from axis of rotation। तो ਕੀ ਕਹਿ ਰਿਹਾ, ਸਾਡੇ ਕੋਲ ਮੰਨ ਲਓ ਰਿਜਿਡ ਬੋਡੀ ਹੈ ਜਿਹ 'ਚ ਕਿੰਨੇ ਪਾਰਟੀਕਲਸ ਨੇ, n ਪਾਰਟੀਕਲਸ ਨੇ, n 10 ਹੋ ਸਕਦੇ ਨੇ, 100 1000 ਲੱਖ, ਜਿੰਨਾ ਮਰਜ਼ੀ ਲਿਖ ਲਿਓ। ਸੋ ਜਨਰਲੀ ਆਪਾਂ ਲਿਖ ਲਿਆ n ਪਾਰਟੀਕਲਸ ਨੇ, ਇੱਕ ਦਾ ਮਾਸ m1, ਇੱਕ ਦਾ m2 m3 ਐਂਡ mn। ਸੋ ਪਹਿਲਾ ਪਾਰਟੀਕਲ ਕਿੱਥੇ ਆ, ਡਿਸਟੈਂਸ r1 r2 rn, ਸਭ ਦੇ ਡਿਸਟੈਂਸ ਵੀ ਆਪਾਂ ਲਿਖ ਲਏ। ਦੈਨ ਫਿਰ ਕੀ ਹੋਇਆ, movement of inertia is given by, ये लिखोगे, इनू आई ਨਾਲ ਨੋਟ ਕਰ ਦਿੰਦੇ ਆਪਾਂ। what is this, m1 ਪਹਿਲਾ ਪਾਰਟੀਕਲ, ਇਹਦਾ ਡਿਸਟੈਂਸ r1 ਸਕੁਅਰ, m2 r2 ਸਕੁਅਰ, m3 r3 ਸਕੁਅਰ and so on, mn rn ਸਕੁਅਰ। ਇਹ ਲਿਖ ਲਈ ਆਪਾਂ। ਹੁਣ ਆ ਗਿਆ ਖਿਆਲ ਕੀ ਸੀ ਡੈਫੀਨੇਸ਼ਨ, ਇਟ ਇਜ਼ ਸਮ ਆਫ ਪ੍ਰੋਡਕਟਸ, ਸਮ ਕਾਹਦਾ, ਪ੍ਰੋਡਕਟਸ ਦਾ, 1 2 3 ਆ ਸਾਰੇ ਪ੍ਰੋਡਕਟਸ ਦਾ। ਇਟ ਇਜ਼ ਸਮ ਆਫ ਪ੍ਰੋਡਕਟਸ, ਕਾਹਦੀ ਪ੍ਰੋਡਕਟਸ ਨੇ, ਆਫ ਮਾਸਸ ਐਂਡ ਸਕੇਅਰ ਆਫ ਰਿਸਪੈਕਟਿਵ ਡਿਸਟੈਂਸ ਫਰੋਮ ਦਾ ਐਕਸਿਸ ਆਫ ਰੋਟੇਸ਼ਨ। ਸੋ ਗੱਲ ਸਾਡੇ ਕੋਲ ਅੱਜ ਕੀ ਜਗ੍ਹਾ 'ਤੇ ਕੀ ਸਾਡੇ ਕੋਲ ਆ ਪ੍ਰੋਡਕਟਸ ਜਿੰਨੀਆਂ ਵੀ ਆ ਰਹੀਆਂ, ਪਹਿਲੇ ਪਾਰਟੀਕਲ ਦੀ, ਦੂਸਰੇ ਪਾਰਟੀਕਲ, ਸਾਰੇ ਪਾਰਟੀਕਲ ਸੀ, ਉਸ ਪ੍ਰੋਡਕਟਸ ਨੂੰ ਐਡ ਕਰ ਲਈਏ ਤਾਂ ਦ ਕੁਆਂਟੀਟੀ ਵੀ ਗੈਟ ਇਜ਼ ਮੂਵਮੈਂਟ ਆਫ ਇਨਰਸ਼ੀਆ। ਸੋ
ਸੋ ਆਹ ਸਾਡੀ ਗੱਲ ਕਲੀਅਰ ਹੋ ਚੁੱਕੀ ਆ। ਇਹ ਸਾਡੀ ਡੈਫੀਨੇਸ਼ਨ ਆ। ਹੁਣ ਇਹਦੇ ਵਿੱਚ ਹੀ ਦੇਖ ਲਓ ਵੀ ਇਨਰਸ਼ੀਆ ਕਾਹਤੇ ਡਿਪੈਂਡ ਕਰ ਰਿਹਾ। ਇਹ ਡਿਪੈਂਡ ਅਪੋਨ ਦਾ ਮਾਸਸ ਆਫ ਦ ਪਾਰਟੀਕਲਸ ਗੱਲ ਠੀਕ ਆ ਵੀ ਮਾਸਸ ਕਿੰਨੇ ਨੇ M1 M2 ਜਿਸ ਤਰ੍ਹਾਂ ਹੋਣਗੇ ਵੱਧ ਹੋਏਗਾ ਤਾਂ ਇਨਰਸ਼ੀਆ ਵੱਧਦਾ, ਮਾਸ ਘੱਟ ਹੋਏ ਤਾਂ ਘੱਟ ਹੋਏਗਾ। ਪਲੱਸ ਨਾਲ ਦੇਖੋ ਕੀ ਹੈ डिस्टेंस फ्रॉम द एक्सिस ऑफ रोटेशन। आ देखो एस क्या चाह ख्याल रखना भी इहदा डिस्टेंस कितना हैगा। अगर बॉडी इस तरह की पतली होंदी है इस साइड ते फिर कुछ लागे लागे पार्टिकल आ जाने सी। इसे दी बॉडी ने आपां पोजीशन ऐ कर दईए कुछ पार्टिकल ज़्यादा दूर चले जाएंगे। सो वट वुड हैपन द पोजीशन वुड गैट चेंज। जां असीं कह दी भी साडे एक्सिस रोटेशन आ इहनूं इत्थे ना रख के इधर घुमा दईए, इधर कर दिंदे असीं इस साइड ते कर दिंदे, दैन वट वुड हैपन that movement of inertia would get changed। so की देखा it depends upon two things। इस केस देखिए जो फार्मूला सानूं दिखाई दे रहा मास ते भी डिपेंड कर रहा वा ते डिस्टेंस फ्रॉम द एक्सिस ऑफ रोटेशन ते भी डिपेंड कर रहा है। समेशन की फॉर्म लिखना तो असीं इस तरह लिख सकते हैं I1 to N MIRI स्केयर। सो बच्चे ज़्यादा इस चीज़ को प्रैफर करते हैं, समेशन ਨੂੰ ਥੋੜ੍ਹਾ ਜਿਹਾ ਹੈਜ਼ੀਟੇਟ ਕਰਦੇ ਯੂਜ਼ ਕਰਨ ਤੋਂ। ਚਲੋ ਸਾਡੀ ਡੈਫੀਨੇਸ਼ਨ ਹੋ ਚੁੱਕੀ ਹੈ। ਹੁਣ ਜਿਹੜੇ ਆਪਾਂ ਗੱਲ ਕਰ ਰਹੇ ਸੀ ਨਹੀਂ ਸਾਨੂੰ ਡੈਫੀਨੇਸ਼ਨ ਯਾਦ ਹੁੰਦੀ ਕੋਈ ਪ੍ਰੋਬਲਮ ਕਰੀ ਤਾਂ ਕੀ ਲਿਖੋਗੇ ਇਸ ਤਰ੍ਹਾਂ ਦ ਮਾਸ ਆਫ ਈਚ ਪਾਰਟੀਕਲ is multiplied by square of its distance। from axis of rotation। डन, पहली गल होगी the sum of all such products is taken। देखो सारी डेफिनेशन ਇਹਦਾ डिफाइन ਜਿਹੜਾ ਕਰਨਾ ਸੀ ਆਪਾਂ मूवमेंट ऑफ इनर्शिया ਇਸ जगह ਤੇ ਖਤਮ ਹੋ ਚੁੱਕਾ। ਇਹ ਵੈਸੇ ਹੀ ਆਪਣੀ ਵੈਸੇ ਅਗਰ ਤੁਹਾਨੂੰ ਨਾ ਕੁਛ ਆਏ ਆਪਣੀ ਲੈਂਗੁਏਜ ਜਿਸ ਤਰ੍ਹਾਂ ਤੁਸੀਂ ਮਰਜ਼ੀ ਬਣਾ ਕੇ ਆਪਣਾ ਮੈਸੇਜ ਕਨਵੇ ਕਰ ਸਕਦੇ ਹੋ। ਦ ਸਮ ਆਫ ਆਲ ਸਚ ਪ੍ਰੋਡਕਟਸ ਇਜ਼ ਟੇਕਨ ਐਂਡ ਇਟ ਇਜ਼ ਕਾਲਡ ਮੂਵਮੈਂਟ ਆਫ ਇਨਰਸ਼ੀਆ। ਤੁਸੀਂ ਫਾਰਮੂਲਾ ਜੋ ਲਿਖਿਆ ਸੀ ਉਹਨੂੰ ਆਪਣੀ ਲੈਂਗੁਏਜ 'ਚ ਐਕਸਪਲੇਨ ਕਰਕੇ ਲਿਖ ਦਿੱਤਾ ਤੇ ਇਹ ਸਾਡਾ ਮੀਨਿੰਗ ਪੂਰੀ ਤਰ੍ਹਾਂ ਕਲੀਅਰ ਕਰ ਰਿਹਾ। ਸੋ ਇਟ ਇਜ਼ ਆਲਸੋ ਡੈਫੀਨੇਸ਼ਨ ਆਫ ਮੂਵਮੈਂਟ ਆਫ ਇਨਰਸ਼ੀਆ। ਸੋ ਕੋਈ ਵੀ ਫਿਜ਼ਿਕਸ ਦੀ ਡੈਫੀਨੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਲਿਖ ਸਕਦੇ ਜੇ, ਬਸ ਇਹ ਵੀ ਸਾਰੇ ਫੈਕਟਰਸ ਉੱਚ ਦੱਸ ਦਿੱਤੇ ਜਾਣ ਤਾਂ ਕਿ ਉਹਦਾ ਮੀਨਿੰਗ ਜਿਹੜਾ ਕਲੀਅਰ ਹੋ ਜਾਏ। ਹੁਣ ਵੈਸੇ ਆਪਾਂ ਗੱਲ ਡਿਸਕਸ ਕਰ ਚੁੱਕੇ ਹਾਂ ਬਟ ਫਿਰ ਵੀ ਆਪਾਂ ਇਹਨੂੰ ਜ਼ਿਆਦਾ ਜ਼ੋਰ ਦੇ ਰਹੇ ਹਾਂ ਵੀ ਤੁਹਾਡੇ ਮਨ 'ਚ ਗੱਲ ਪੱਕੀ ਹੋ ਜਾਏ। ਸੋ ਇੱਕ ਹੋਰ ਆਪਾਂ ਗੱਲ ਲਿਖ ਲਈਏ ਫਿਜ਼ੀਕਲ ਸਿਗਨੀਫੀਕੈਂਸ ਆਫ मूवमेंट ऑफ इनर्शिया। सो की देखिए असीं डिस्कशन कर चुके हैं ऑलरेडी भी जो जिहदी बॉडी का मास ज़्यादा है अगर आप लीनियर मोशन की गल करिए फिर सानू समझना सौखा हो जाता। जिस बॉडी का मास ज़्यादा है ਉਹਦਾ इनर्शिया भी की ज़्यादा। अगर रेस्ट पई आ तो ज़्यादा फोर्स चाहिए आ इनू मूव करने वास्ते। अगर चलती पई आ तो ਉਹਦੀ स्पीड ਨੂੰ ਵਧਾਉਣਾ ਹੋਏ ਜਾਂ ਘਟਾਉਣਾ ਹੋਏ तो ज़्यादा फोर्स चाहिए आ। मोर द मास ऑफ द बॉडी मोर द इनर्शिया ਉਹਦੀ डायरेक्शन चेंज करनी है तो फिर भी की आ ज़्यादा फोर्स चाहिए है। मास इज लार्ज। इस केस भी सेम आ बट इस केस की आ नॉट ओनली मास बट आल्सो द पोजीशन ऑफ सच। इस करके की साडे को आ जांदा वा। सो मूवमेंट ऑफ इनर्शिया विल डिफाइन द रोटेशनल इनर्शिया। भी रोटेशनल मोशन च इनर्शिया नूं कौन डिफाइन कर रहा? मूवमेंट ऑफ इनर्शिया। लीनियर मोशन कौन डिफाइन कर रहा वा? मास। तो असीं कह सकते हैं
movement of inertia plays the same role in rotational motion as the mass plays in linear motion। ਸੋ ਆਹ ਗੱਲ ਸਾਨੂੰ ਕਲੀਅਰ ਹੋ ਗਈ ਐਸੇ ਕਰਦੇ। ਸੋ ਅਸੀਂ ਕੀ ਦੇਖਦੇ ਪਏ ਹਾਂ, ਅਸੀਂ ਆਪਣੇ ਆਪ ਨਾਲ ਇੱਕ ਨਵੀਂ ਟਰਮੀਨੋਲੋਜੀ ਯੂਜ਼ ਕਰਦੇ ਪਏ ਹਾਂ, ਉਹਦਾ ਕੰਪੈਰੀਜ਼ਨ ਆਪਣੇ ਮਾਈਂਡ 'ਚ ਰੱਖਦੇ ਪਏ ਹਾਂ। ਸੋ ਚਲੋ ਆਹ ਗੱਲ ਖਤਮ ਹੋ ਗਈ ਐਸੇ ਕਰਦੇ। ਆਪਾਂ ਫਿਰ ਵਾਪਸ ਆ ਜਾਈਏ ਉਸੇ ਕੰਪੈਰੀਜ਼ਨ 'ਤੇ। ਅਸੀਂ ਪੜ੍ਹਿਆ ਸੀ ਉਧਰ ਨਵੀਂ ਟਰਮਸ ਕਿਹੜੀ ਪੜ੍ਹੀਆਂ, ਉਹ ਸਾਈਡ ਦਾ ਲੀਨੀਅਰ ਮੋਮੈਂਟਮ P=mv। ਅਸੀਂ ਫਿਰ ਕੀ ਲਾਸਟ ਸੈਕਸ਼ਨ ਪੜ੍ਹਿਆ ਸੀ, ਇਟ ਇਜ਼ ਐਂਗੂਲਰ ਮੋਮੈਂਟਮ। ਇੱਧਰ ਲੀਨੀਅਰ ਮੋਮੈਂਟਮ, ਇੱਧਰ ਕੌਣ ਆ ਗਿਆ, ਐਂਗੂਲਰ ਮੋਮੈਂਟਮ। ਇੱਧਰ ਕੌਣ ਸੀ, ਫੋਰਸ। ਇੱਧਰ ਕੌਣ ਆ ਗਿਆ ਸੀ ਸਾਡੇ ਕੋਲ, ਟਾਰਕ। ਟਾਓ ਨਾਲ ਡਿਨੋਟ ਕੀਤਾ ਸੀ ਅਸੀਂ। ਇੱਧਰ ਕੌਣ ਆਉਂਦਾ ਹੈ ਹੁਣ, ਅਸੀਂ ਦੇਖਿਆ ਇੱਧਰ ਮਾਸ ਹੈ ਅਤੇ ਇੱਧਰ ਦੇ ਪੈਰਲ ਕੌਣ ਹੈ, ਇਨਰਸ਼ੀਆ। ਆਹ ਗੱਲਾਂ ਲੀਨੀਅਰ ਮੋਸ਼ਨ ਦੀਆਂ ਚੱਲਦੀਆਂ ਪਈਆਂ, ਇਹ ਸਾਡੇ ਕੋਲ ਰੋਟੇਸ਼ਨਲ ਮੋਸ਼ਨ ਦੀ ਚੱਲ ਰਹੀਆਂ। ਇਹ 'ਚ ਹੋਰ ਨਵੇਂ ਜਿਹੜੇ ਫੈਕਟਰਸ ਆਪਾਂ ਐਡ ਕਰੀ ਜਾਣੇ ਆ ਅਤੇ ਸਮਝੀ ਜਾਣਾ ਹੈਗਾ। ਸੋ ਇਹ ਗੱਲ ਕਲੀਅਰ ਹੋ ਗਈ ਸਾਡੇ ਕੋਲ। ਚਲੋ ਹੁਣ ਨੈਕਸਟ ਦੇਖੀਏ। ਅਗਰ ਪੁੱਛ ਲਏ ਵਾਟ ਆਰ ਦਾ ਫੈਕਟਰਸ ਔਨ ਵਿਚ ਮੂਵਮੈਂਟ ਆਫ ਇਨਰਸ਼ੀਆ ਡਿਪੈਂਡਸ, what are the factors on which movement of inertia depends? The following are the required factors। शॉर्ट देख लिए ਕਿਹੜੇ ਫੈਕਟਰਸ ਚਾਹੀਦੇ ਨੇ। ਕੀ ਹੈ ਕਿ ਸਾਡੇ ਕੋਲ ਨੰਬਰ 1 ਮਾਸ ਆਫ ਦਾ ਪਾਰਟੀਕਲ ਜਾਂ ਪਾਰਟਸ ਆਫ ਦਾ ਬੋਡੀ। डन, तो मास केगा। फिर डिस्टेंस ऑफ masses फ्रॉम एक्सिस ऑफ रोटेशन, ਜਾਂ ਅਸੀਂ ਕਹਿ ਸਕਦੇ ਹਾਂ ਸੇਮ ਗੱਲ शेप एंड साइज ऑफ बॉडी। orientation and position of axis of rotation। तो सारी गल आप देख लीए भी डिफरेंट ਜਿਹੜੇ ਪਾਰਟੀਕਲਸ ਉਹਨਾਂ ਦਾ ਮਾਸ ਕੀ ਹੈ ਉੱਤੇ ਡਿਪੈਂਡ ਕਰ ਰਿਹਾ ਇਨਰਸ਼ੀਆ। ਫਿਰ ਉਹ ਮਾਸ ਕਿੱਥੇ ਪਏ ਨੇ, ਕਿੰਨੀ ਦੂਰ ਪਏ ਨੇ, ਕਿੱਦਾਂ ਡਿਸਟਰੀਬਿਊਸ਼ਨ ਮਾਸ ਦੀ ਹੈਗੀ ਆ, ਤਾਂ ਡਿਸਟਰੀਬਿਊਸ਼ਨ ਆਫ ਮਾਸ 'ਤੇ ਡਿਪੈਂਡ ਕਰਦਾ। ਫਿਰ ਉਹਦਾ ਸ਼ੇਪ ਸਾਈਜ਼ ਕਿਸ ਤਰ੍ਹਾਂ ਦਾ ਵਾ, ਮੀਨਿੰਗ ਸੇਮ ਹੀ ਆ। ਦੈਟ ਵਿਲ ਆਲਸੋ ਵੇਰੀ ਦਾ ਡਿਸਟੈਂਸ ਫਰੋਮ ਦਾ ਰੋਟੇਸ਼ਨ ਆਫ ਐਕਸਿਸ, ਹੈ ਨਾ, ਕਿੰਨਾ ਹੈ। ਦੈਨ ਓਰੀਐਂਟੇਸ਼ਨ ਅਤੇ ਪੋਜੀਸ਼ਨ ਆਫ ਐਕਸਿਸ, ਅਗਰ ਇਹਨੂੰ ਚੇਂਜ ਕਰਾਂਗੇ ਐਕਸਿਸ ਦੀ ਪੋਜੀਸ਼ਨ ਅਤੇ ਓਰੀਐਂਟੇਸ਼ਨ, ਤਾਂ ਵਾਟ ਵੁਡ ਹੈਪਨ, ਦੈਟ ਸਾਡੇ ਕੋਲ ਰਿਜ਼ਲਟ ਆ ਰਿਹਾ ਮੂਵਮੈਂਟ ਆਫ ਇਨਰਸ਼ੀਆ ਦੈਟ ਗੈਟਸ ਚੇਂਜਡ। ਸੋ ਕੀ ਦੇਖਿਆ, ਮਾਸ ਆਫ ਏ ਬਾਡੀ ਇਜ਼ ਏ ਕੌਂਸਟੈਂਟ ਥਿੰਗ, ਉਹ ਕੌਂਸਟੈਂਟ ਰਹਿੰਦੀ ਹੈ। ਵੇਅਰ ਐਜ਼ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਵਾ ਦੈਟ ਡਿਪੈਂਡਸ ਅਪੋਨ ਵੈਰੀ ਫੈਕਟਰਸ। ਸੋ ਅਗਰ ਐਕਸਿਸ ਇਸ ਜਗ੍ਹਾ ਤੋਂ ਥੋੜ੍ਹੀ ਸ਼ਿਫਟ ਕਰ ਦੋਗੇ ਤਾਂ ਮੂਵਮੈਂਟ ਆਫ ਇਨਰਸ਼ੀਆ ਚੇਂਜ ਹੋ ਸਕਦਾ, ਉਹਦੀ ਡਾਇਰੈਕਸ਼ਨ 90 ਡਿਗਰੀ ਕਰ ਦੋਗੇ ਅਤੇ ਰਿਜ਼ਲਟ ਕੁਛ ਹੋਰ ਆ ਸਕਦਾ। ਇਹ ਹਰ ਵਾਰੀ ਸੇਮ ਬਾਡੀ ਦਾ ਸੇਮ ਨਹੀਂ ਰਹਿੰਦਾ, it depends on the axis of rotation also. It doesn't depend only on the mass of the body. Next ਹੋਰ term ਸਾਡੇ ਕੋਲ ਆਉਂਦੀ ਹੈ radius of gyration।
ज़्यादातर असी इन्हों के ना कैपिटल के ना नोट करते पे। तो रेडियस ऑफ गायरेशन पहला देख ली की कह रहे सानू ये। सो अगेन असी वो शेप बना के देखिए, आके पर जनरल शेप बना ली है। ये तो साड़ी एक्सिस रोटेशन हैगी आ, वो गल्लां साडे कोल मासस पे ने डिफरेंट पार्ट्स। तो वी गेट द की साडे को मिलिया मूवमेंट ऑफ इनर्शिया आ चुका। ये कहता सारी गल्लां छड्डो, आ सारी बॉडी इत्थे नहीं हैगी, बॉडी इस जगह ते नहीं है, इन्हों रिप्लेस करी एक ही मास आए कोई। सपोज देयर इज सिंगल मास, यानी कि मास ऑफ द बॉडी कितना है टोटल मास एम की इस जगह ते सम ऑफ ऑल द मासस M1 M2 M3 सारा टोटल बॉडी का मास किसी जगह ते रख दिए, कितने रखिए किसी खास डिस्टेंस ते के डिस्टेंस ते। सारा बॉडी का मास किसी एक ऐसी पोजीशन ते रख दिए जिसका डिस्टेंस मान लीए के। तो की होए यह जगह ते मास पिया होए तो साडा रिजल्ट आ जिहड़ा मूवमेंट ऑफ इनर्शिया वा उहदी वैल्यू चेंज नहीं होनी चाहिए। की लिख सकते आपां, इहनूं छड्ड दिया डायग्राम नूं, ये गल समझ ली असीं। इट इज द distance of a point from axis of rotation, पहली गल आ गई, such that if whole mass of the body is placed there, the value of moment of inertia remains same. हाँ दोबारा डेफिनेशन, इट इज द डिस्टेंस और डिस्टेंस आ of a point from axis of rotation such that if whole mass of the body is placed at there उत्थे रख दिए, the value movement of inertia remains same, वो साड़ी वैल्यू चेंज ना होए। तो देखिए असी नोट कर लो, मैं रब कर रहा की देखिया असी। I becomes एम के स्केयर, आलसो असी की पढ़िया सी आई की हुंदा साडे कोल M1 R1 स्केयर, M2 R2 स्केयर एंड सो ऑन MN RN स्केयर। सो आ गल साडी क्लीयर, डेफिनेशन हो चुकी क्लीयर। सो हुण इस थोड़ा जिहा एलैबोरेट करदे पे वैसे रिलेशनस इन्हां दे आपस च भी आई नूं इस तरह भी ही लिखते रह गए। इट मीनस आ दोनों लैफ्ट साइड बराबर आ, देयरफॉर वी कैन राइट एम के स्केयर इज इक्वल टू M1 R1 स्केयर, M2 R2 स्केयर एंड सो ऑन MN RN स्केयर। ये लिख लिया असी वैल्यू के दी लभनी है। तो के स्केयर की आ गया नैक्सट स्टैप च, सारा लिखांगे असी M1 R1 स्केयर M2 R2 स्केयर divided upon m, तो what would be k। तो नेक्स्ट स्टेप तो देखोगे लिख लोगे ना, नेक्स्ट स्टेप जिस करांगे k दी वैल्यू स्केयर चला गया इधरों, इधर चल के आगे साढ़े को स्केयर रूट आ चुका। दिस इज वैल्यू ऑफ रेडियस ऑफ गायरेशन, ये साढ़े को आ रहा। होर देखिए कोई फर्दर स्पैशल केस देख लिए इच। if mass of r particles is equal, so let m1 is equal to m2 is equal to m3
एंड सो ऑन एम एन सारे किसी एक मास एम के बराबर होन फिर सारे का मास की आ गया साढ़े को बराबर आ गया पार्टिकल्स का आलसो एम क्यू है साढ़े को M1 M2 एम एन टोटल मास की सी सारे पार्टिकल का मास का सम कर दिए एक ही भाजेगा साढ़े को हुण क्योंकि मास सारे बराबर ने एम 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 एन टाइम्स एम असी सारे जोड़ देने तो वी गेट दिस टोटल मास कितना आ जाएगा एम इज इक्वल टू एन एम ये साढ़े को चीज़ आ चुकी है हुण आ वैल्यू इत्थे फिल कर दीए तो देयरफॉर के कितना आ गया साढ़े कोल M r1 स्केयर M r2 स्केयर M r1 स्केयर तो ये जगह तो क्या आया ना साढ़े कोल MN आ गया कर लो नोट हुण M असीं क्यों ले लेना इस जगह तो सो की देखा आप ब्रैकेट च R1 स्केयर R2 स्केयर एंड सो ऑन Rn स्केयर डिवाइडेड बाय Mn सारा स्केयर रूट एम एम कैंसिल साढ़े को चुका वी गेट R1 स्केयर प्लस R2 स्केयर Rn स्केयर सो मास की गल ही खत्म हो गई साढ़े को ना पर किदों खत्म हुई जो सब पार्टिकल का मास की है सेम है इक्को जा इक्वल है सो इट इज ठीक है ना इट इज RMS of distance from axis of rotation. RMS means root mean square. स्केयर सारे लै ले उन्होंने की लेना मीन तो सब का की लगा दिया आप स्केयर मीन रूट RMS वैल्यू ऑफ डिस्टेंस फ्रॉम एक्सिस ऑफ रोटेशन यूनिट क्या है ऐसा यूनिट इज क्योंकि डिस्टेंस है सो मीटर इज ऐसा यूनिट ऑफ दिस रेडियस ऑफ गायरेशन सो एक टर्म है तो की क्लीयर हो गया फिर वो डिस्टेंस जिस जगह तक सारा मास रखती है बॉडी का दैन द मूवमेंट ऑफ इनर्शिया वुड नॉट गेट चेंज सारी वैल्यू सेम आ जाएगी तो दैट इज़ रेडियस ऑफ गायरेशन चलो हम दोबारा असी वापस आ जाए अपने टॉपिक पे मूवमेंट ऑफ इनर्शिया असी डिफाइन कर लिया हुण असी नूं लभना हैगा डिफरेंट बॉडीज़ दे विच कितना कितना आएगा वो जो सारी स्टडी की गए दो थ्योरम तैयार कर लिया वो सारी स्टडी तो इसी पढ़ांगे जिहड़े तुहाडे वास्ते बड़ी हैल्प होणगियां प्रॉब्लम्स एनालाइज करने वास्ते तो फर्स्ट वन इज थ्योरम ऑफ पैरेलल एक्सिस it states that moment of inertia of body about any axis is equal to equal to moment of inertia a body about an axis तो किस एक्सिस पैरेलल टू द गिवन एक्सिस
passing through the center of mass body। पहले नहीं गल समझिए असी तो की कह रहा इट स्टेट दैट मूवमेंट ऑफ इनर्शिया ऑफ बॉडी अबाउट एनी एक्सिस किसी भी एक्सिस से लभना होए तो असीं की करिए ਉਹਦੀ ਇੱਕ ਪੈਰਲਲ ਐਕਸਿਸ ਜਿਹੜੀ ਆ ਉਹਨੂੰ ਕਿੱਥੋਂ ਪਾਸ ਕਰਾਈਏ ਸੈਂਟਰ ਆਫ ਮਾਸ ਨਹੀਂ ਪਾਸ ਹੁੰਦੀ ਹੋਏ ਉਹਦੇ ਬਰਾਬਰ ਹੈ ਪਲੱਸ ਸਮਥਿੰਗ ਹੋਰ ਆਏਗਾ तो ਸੈਂਟਰ ਆਫ ਮਾਸ ਅਸੀਂ ਡਿਸਕਸ ਕੀਤਾ ਸੀ ਉਹ ਅਗਰ ਬੋਡੀ ਮੂਵ ਕਰਦੀ ਪਈ ਰਿਜਿਡ ਬੋਡੀ ਤਾਂ ਰਿਜਿਡ ਬੋਡੀ ਨੂੰ ਪੁਆਇੰਟ ਬੋਡੀ ਨਹੀਂ ਹੈ ਜਿੰਨੀ ਪੁਰਾਣੀ ਸਟੱਡੀ ਕੀਤੀ ਹਾਲੇ ਤੱਕ ਨਿਊਟਨਸ ਦੇ ਹਾਲਾਤ ਦੀ ਉਹ 'ਚ ਮੰਨ ਕੇ ਚੱਲਦੇ ਨੇ ਪਏ ਇਟ ਇਜ਼ ਪੁਆਇੰਟ ਬੋਡੀ ਸੋ ਉਹਨੂੰ ਕੀ ਅਗਰ ਸਾਰਾ ਮਾਸ ਬੋਡੀ ਤਾਂ ਇੱਕ ਜਗ੍ਹਾ 'ਤੇ ਰੱਖ ਦਈਏ ਸੱਚ ਦੈਟ the state of motion of body does not change ਉਹ ਕੋਈ ਫਰਕ ਨਾ ਆਏ the such point is called center of mass ਕਹਿੰਦਾ ਉਹ center of mass 'ਚੋਂ ਐਕਸਿਸ ਪਾਸ ਕਰ ਰਹੀ ਹੈ ਨਾਲ ਕੀ ਪਲੱਸ product of mass of body and square of perpendicular distance between parallel axis ਇਹ 'ਚ ਕੀ ਐਡ ਕਰਦੀ ਹੋਰ ਪ੍ਰੋਡਕਟ ਕਿਹਦੀ ਪ੍ਰੋਡਕਟ ਮਾਸ ਆਫ ਬੋਡੀ ਜਿਹਨ ਟੋਟਲ ਮਾਸ ਕਿੰਨਾ ਬੋਡੀ ਦਾ एंड स्केयर ऑफ परपेंडिकुलर डिस्टेंस बिटवीन पैरल एक्सिस तो डेफिनेशन लंबी है बच्चे याद कर डर जाते हैं बट नैक्सट जो आप डायग्राम बना के देखा दैन तुहाडे मन च डेफिनेशन काफ़ी हद तक क्लीयर हो जाएगी तो याद करनी भी सौखी हो जाएगी सो नोट कर लो तुसी वो मान ली साढ़े को इस तरह की कोई बॉडी है इस टाइप की साढ़े को है कोई परसन कहता भी एस एक्सिस तो ये सानू एक्सिस दे दी है फिर एस एक्सिस जी है ये सेंटर ऑफ व्हाट इज मूवमेंट ऑफ इनर्शिया फ्रॉम दिस एक्सिस सो ਇਹਦਾ ਨਾਂ ਰੱਖ ਲਿਆ ਆਪਾਂ ਸੇ ਇਟ ਇਜ਼ ਏ ਬੀ ਇਹ ਜਗ੍ਹਾ ਤੇ ਹੋਰ ਕੀ ਕਹਿ ਰਿਹਾ ਸੀ ਅਸੀਂ ਇਹ ਲੱਭਣਾ ਚਾਹੁੰਦੇ ਤਾਂ ਕੀ ਚਾਹੀਏ ਸਾਨੂੰ ਪਤਾ ਹੈ ਇੱਥੇ ਕਿਤੇ ਸੈਂਟਰ ਆਫ ਮਾਸ ਅਗਰ ਹੋਏ ਬੋਡੀ ਦਾ ਦਿਸ ਇਜ਼ ਸੈਂਟਰ ਆਫ ਮਾਸ ਇੱਥੇ ਇੱਕ ਐਕਸਿਸ ਦੇ ਪੈਰਲਲ ਪਾਸ ਕਰਾ ਦਈਏ ਇੱਕ ਤਾਂ ਗੱਲ ਸਾਡੇ ਕੋਲ ਇਹਨੂੰ ਕਹਿ ਦਈਏ ਆਪਾਂ CM ਇੱਥੇ ਕਹਿੰਦੇ BC अगर CD ਦੇ ਭੁਲੇਖਾ ਲੱਗਦਾ C ਦੇ ਨਾਲ EF ਮੰਨ ਲਓ ਕਿ ਨਾਮ ਦੇ ਦਈਦਾ EF ਕੀ ਦੇਖੀਏ ਆਪਾਂ ਇਹਦਾ ਨਾਮ ਆਪਾਂ ਰੱਖ ਦਈਏ ਇੱਥੇ I ਡੈਸ਼ ਇਹਨੂੰ ਕਹਿ ਦਈਏ ਅਸੀਂ I ਕੀ ਲਿਖਣਾ ਸੀ ਇਹ ਲਿਖਣਾ ਤੇ ਲਿਖ ਦਿਓ I CM ਤੈਨੂੰ ਰਹਿਣ ਦੀ ਗੱਲ I ਸੋ I ਕੀ ਦੇਖੀਏ I movement of the short लिखता है I movement of inertia of body about axis AB अब कोई भी एक्सिस साढ़े को है वो च लभना चाहते असी ICM की movement of inertia of body about ਕਿਹੜੀ ਹੈ ਐਕਸਿਸ EF ਕਿਸ ਤਰ੍ਹਾਂ ਦੀ ਹੈ ਇੱਥੇ ਲਿਖ ਦਈਏ ਪਾਸਿੰਗ ਥਰੂ center of mass and parallel to AB PRD EF ਅਸੀਂ ਐਕਸਿਸ ਇਸ ਤਰ੍ਹਾਂ ਬਣਾ ਲੈਣੀ ਆ ਜਿਹੜੀ ਗਿਵਨ ਐਕਸਿਸ ਆ ਉਹਦੇ ਪੈਰਲਲ ਬਣਾ ਲਈਏ
तो कितों पास कराइए इनू सेंटर ऑफ मास के विचों करा दोगे। तो एक होर गल साडे को नोट करनी आ दोवां डिस्टेंस कितना बनिया सी परपेंडिकुलर डिस्टेंस इज D। So D is perpendicular distance between axes। साढ़े दो एक्सिस आ गया ए बी तो ई एफ, इन्होंने में डी जरा परपेंडिकुलर डिस्टेंस है। अगर कंडीशन हो गई साढ़े को तो फिर की रिलेशन साढ़े को आ चुका है। आ नोट करना रब कर रहा इतों मैं तो की कह रही सी डेफिनेशन दिस आई थ्रू एनी एक्सिस इज इक्वल टू मूवमेंट ऑफ इनर्शिया ऑफ एन एक्सिस पैरेलल टू द given axis passing through center of mass plus product of mass of body and square of perpendicular distance between two axes। सो ये तुसीं एक याद कर लेनी है, ये साडी काफ़ी हेल्प करेगी। हाँ जी नोट कर ली, समझ भी सानू आ गई। फिर मैं कह रहा कोई भी सानू एक्सिस गिवन होए ए बी तो तुहानू कहा जाता वा भी तुसीं इहदा मूवमेंट ऑफ इनर्शिया फाइंड करो। ज़्यादातर हुण सिमिट्री के केसेस सानू पता हुंदा भी सेंटर ऑफ मास सानी जिहड़ा कितना इनर्शिया है तो असीं वो पास करके लभ लेना हैगा तो इहदा परपेंडिकुलर डिस्टेंस साडे को आएगा तो यह फार्मूला लगा के असीं मूवमेंट ऑफ इनर्शिया फाइंड कर सकते हैं। चलो क्लीयर हो गया सानू। नैक्सट देखिए साडे को होर एक थ्योरम ऑफ परपेंडिकुलर एक्सिस। पूरा लिख दिए। ये की कहेगी states that short the movement MI movement of inertia of a body about an axis perpendicular to इतने बॉडी था कि नहीं लिखी आप बॉडी किस तरह की लाई आप एक प्लेन लैमिना ली है। ठीक है प्लेन लैमिना कर सौखा रहेगा तुहानू सौखा रहेगा प्लेन लैमिना प्लेन शीट आ 2 डायमेंशन आप चीज़ लै रहे हैं परपेंडिकुलर टू द प्लेन लैमिना। ठीक है स्टेट दैट मूवमेंट ऑफ इनर्शिया ऑफ ए प्लेन लैमिना अबाउट एन एक्सिस ये तो परपेंडिकुलर टू द प्लेन लैमिना इज इक्वल टू सम ऑफ मूवमेंट ऑफ इनर्शिया केड़े about two mutually perpendicular axes in its own plane। ऐसे बॉडी दे जिहड़ा प्लेन उहदे विच होण और होण क्या आपस में म्यूचुअली परपेंडिकुलर तो पास करो पासिंग प्लेन इंटरसेक्टिंग एट द पॉइंट वेयर परपेंडिकुलर एक्सिस passes through the body या लैमिना जिहदी असीं गल कर रहे हैं
सो एक बार डेफिनेशन ध्यान ना पढ़ लो. इट सेड दैट मूवमेंट ऑफ इनर्शिया ऑफ ए प्लेन लैमिना अबाउट एन एक्सिस परपेंडिकुलर टू द प्लेन लैमिना. सो कोई एक्सिस जी किसी प्लेन लैमिना के इस तरह साढ़े कोई तमर हाथ है ये तो कोई जा रही साढ़े को परपेंडिकुलर बनाता इस जगह पर. इट वुड की है सम ऑफ टू थिंग्स ਕਿਹੜੀਆਂ म्यूचुअली टू मूवमेंट ऑफ इनर्शिया म्यूचुअली परपेंडिकुलर एक्सिस in its own plane axis in its own plane intersecting at the point ਕਿਹੜੇ ਜਾਇੰਟ ਤੇ where perpendicular axis passes through the lamina. ਇਹ ਗੱਲ ਸਾਨੂੰ ਫਿਗਰ ਤੋਂ ਜ਼ਿਆਦਾ ਕਲੀਅਰ ਹੋਏਗੀ. ਸਾਨੂੰ ਨੋਟ ਕਰ ਲਿਆ ਤੇ ਬਰਾਬਰ ਕਰ ਦੇਣਾ. तो ਅਸੀਂ एक प्लेन लैमिना बना के देख लिया इस जगह पे. ये तो साढ़े को डिस्क टाइप की कोई चीज़ है कोई शीट है. ये देखिए इस जगह तो कोई साढ़े को एक्सिस आई साढ़े को ये अक्रॉस असी लभना चाहते हैं ये पास करके इतने तो की देखिए दो एक्सिस बना ली इस जगह पे. एक ने एक्स कह दिए इनू वाई कह दिए इनू जैड कह दिए. तो की कह रहे असी सो लेट देयर बी ए प्लेन लैमिना in the plane एक्स ओ वाई. थोड़ा एक्स ओ वाई प्लेन आ जानी कि जो शो करते पे सानू इस तरह आ दोनों एक्सिस के प्लेन ने ये प्लेन के मीनिंग कि साढ़े को आ गया अगर आ साढ़े को एक्सिस है इस तरह की आ देख रहे आप अगर देख रहे तो एस एक्सिस एक एक्स जी इस तरह है वाई इस तरह एक्स तो वाई इधर एक्स इधर वाई तो साढ़े को जैड आ पोजीशन साढ़े को है एक्स वाई एंड जैड. ये हम 3 डायमेंशन बन नहीं सकती इस तरह तो असी इस तरह शो कर दीदा जैड उपर आ तेन हल्का जिहा साइड पर. सो इट इज़ अपवर्ड बेसिकली इधर एक्स है जो डायग्राम तो एक्स इस तरह साढ़े को आ चुका एक्स इधर उपर जैड है. तो आ सिचुएशन साढ़े को बन चुकी है. तो आ जी चीज़ है इस तरह है जगह प्लेन लैमिना है साढ़े को आड़ी चीज़ दिखाई दे रही है असल च आ चीज़ साढ़े को आ चुकी है. ये पैरल एक्स साढ़े को है तो कह रहा साढ़े को एक्स ओ वाई प्लेन च शीट साढ़े को लैमिना पिया है. फर्दर की देखा आई जैड की है मूवमेंट ऑफ इनर्शिया ऑफ बॉडी अबाउट जेड एक्सिस. सिमिलरली आई एक्सिस साढ़े को आ चुका मूवमेंट ऑफ इनर्शिया ऑफ बॉडी अबाउट एक्स एक्सिस आई वाई मूवमेंट ऑफ इनर्शिया ऑफ बॉडी अबाउट वाई एक्सिस होए. फिर की होएगा साढ़े को रिलेशन की आ रहा हाँ नोट कर लो मैं रब कर देना इतों आई जैड डेफिनेशन देखो ध्यान मूवमेंट ऑफ इनर्शिया ऑफ प्लेन लैमिना अबाउट एन एक्सिस कैडी परपेंडिकुलर टू द प्लेन लैमिना जो परपेंडिकुलर है इज इक्वल टू सम ऑफ टू म्यूचुअली परपेंडिकुलर एक्सिस वो केड़ी केड़ी आ गई आई एक्स एंड आई पाए पर गल की है इंटरसैक्टिंग एट द पॉइंट ये कितने इंटरसैक्ट करती है आपस एक्स वाई कितने मिलती पे ने एट द पॉइंट वेयर दिस perpendicular axis passes through the plane lamina. So this is our second theorem. ਇਹਨਾਂ ਦਾ ਸਾਡੇ ਕੋਲ ਜਿਹੜਾ ਪ੍ਰੂਫ ਆ ਨਹੀਂ ਸਾਡੇ ਸਿਲੇਬਸ ਦਾ ਪਾਰਟ ਆ ਸਿਰਫ ਸਟੇਟਮੈਂਟ ਹੀ ਹੈ ਨੇ ਤਾਂ ਸਟੇਟਮੈਂਟਸ ਅਸੀਂ ਕਰ ਲਈਆਂ ਸਮਝ ਲਈਆਂ. ਹੁਣ ਅਸੀਂ ਨੈਕਸਟ ਦੇਖਾਂਗੇ ਇਹਨੂੰ ਅਪਲਾਈ ਕਰਕੇ ਸਮ ਸਿੰਪਲ ਕੇਸਿਸ ਜਿਹੜੇ ਸਾਡੇ ਸਿਲੇਬਸ ਹੈ ਨੇ. ਸੋ ਆ ਨੋਟ ਕਰ ਲਓ ਤੁਸੀਂ.
ਹੁਣ देखिए अप्लाई करके थ्योरम ऑफ पैरेलल एक्सिस ते परपेंडिकुलर एक्सिस कित्थे अप्लाई हो रही ने। पहला केस असीं देखिए रॉड का। साडे को यूनीफॉर्म रॉड गिवन है। देखिए लेट देयर बी ए यूनिफॉर्म रॉड of length L and mass M, राइट। ਇਹ जगह तो मान लो कि सेंटर ਦਿੱਤਾ सेंटर ऑफ मास है। एक ਅਸੀਂ एक्सिस बना लिए ਇਹਦੇ परपेंडिकुलर एक्सिस ਜਿਹੜੀ 90 डिग्री ਤੇ है। दिस इज पासिंग थ्रू द सेंटर ऑफ द एक्सिस। ਇਹਨੂੰ ਹੀ ਕਹਿ ਦਈਏ दिस ਇਹਦੇ ਅਸੀਂ देखना है तो मूवमेंट ऑफ इनर्शिया आई है। तो ਇਹਦਾ ਡਾਇਰੇਸ਼ਨ ਹੁੰਦਾ ਇਸ ਜਗ੍ਹਾ ਛੋਟਾ ਜਿਹਾ ਮਾਸ ਲੈ ਕੇ ਇਹਨੂੰ ਡਰਾਈਵ ਕਰਦੇ ਆ ਇੰਟੈਗਰੇਸ਼ਨ ਵਗੈਰਾ ਲੈ ਕੇ ਉਹ ਸਾਡਾ ਪਾਰਟ ਨਹੀਂ ਹੈ। ਉਹਦੀ ਵੈਲਿਊ ਸਾਨੂੰ ਗਿਵਨ ਹੋਏਗੀ ਆਪਾਂ ਯਾਦ ਕਰ ਲੈਣੀ ਆ ਕਿਉਂਕਿ ਦੇਖੀਏ ਮੂਵਮੈਂਟ ਆਫ ਇਨਰਸ਼ੀਆ ਆਫ ਰॉड अबाउट एन एक्सिस perpendicular to it and passes through its center of mass is I is equal to 1/12 ml square। सो आ ਤਾਂ ਇੱਕ ਫੈਕਟ ਆਪਾਂ ਦੱਸ ਦਿੱਤਾ ਹੈਗਾ ਵੀ ਕੋਈ ਰॉड ਸਾਨੂੰ ਹੋਏ ਸਾਡੇ ਕੋਲ ਅਗਰ ਉਹਦੇ ਪਰਪੈਂਡੀਕੂਲਰ ਐਕਸਿਸ ਡਰਾ ਕਰ ਦਈਏ ਅਸੀਂ ਥਰੂ ਸੈਂਟਰ ਉਹਦਾ ਮਾਸ ਅਗਰ ਐਮ ਏ ਲੈਂਥ ਐਲ ਏ ਤੇ ਜਿਹੜਾ मूवमेंट ऑफ इनर्शिया दैट कम्स आउट टू बी 1/12 ml स्केयर। अगेन मैं कह रहा ਇਹਦਾ प्रूफ साडा पार्ट नहीं सिलेबस का है। सो नोट कर लिया। ਹੁਣ ਤੁਹਾਨੂੰ मैं क्वेश्चन कर देना है भी ਹੁਣ नैक्सट साढ़े गल आ गई फाइंड मूवमेंट ऑफ इनर्शिया ऑफ रॉड अबाउट एन एक्सिस परपेंडिकुलर टू द रॉड एंड passes through its one of the ends। क्वेश्चन की आ रहा है साढ़े को मान लो आ नहीं ऐसे का है सी पहला तो तुहानू कहते भी आ सानू एक्सिस गिवन ने कोई सॉरी एस एक्सिस था नहीं फाइंड आउट करो की करांगे असी फिर आ साढ़े को फिलहाल नहीं है। सानू सिर्फ क्वेश्चन आ गया whether is find movement of inertia of a rod through a perpendicular axis passing through one of its end। एक end थानी पास कर दी पी है तो उसी कहना वा एंड आ रही थी कोई एम पी। सो आई डैश किया movement of inertia of body of rod about a perpendicular axis passing through its end। ये आई डैश ही मान लिया आई कह लिए या आई सी एम आई लिख दिए आई इज इक्वल टू मूवमेंट ऑफ इनर्शिया ऑफ रॉड अबाउट ए पैरेलल एक्सिस passing through center of mass of rod। डन हो गया असी ये बना चुके हैं इस जगह पे सॉरी इन्हों ही आई मैंशन कर दिता। तो पूरी रॉड की लेंथ कितनी है साढ़े कोल एल है
ये मिडल च पास कर रहे हैं ना, कितना डिस्टेंस आएगा L/2 आ चुका है इस जगह ते। ਹੁਣ ਕੀ ਦੇਖਣਾ ਰਿਲੇਸ਼ਨ ਅਸੀਂ ਇਹਨਾਂ ਵਿੱਚ, ਅਕੋਰਡਿੰਗ ਟੂ ਥਿਊਰਮ ਆਫ ਪੈਰਲਲ ਐਕਸਿਸ, ਕੀ ਅਸੀਂ ਦੇਖਿਆ I ਡੈਸ਼ ਜਿਹੜਾ ਆਏਗਾ ਇਟ ਇਜ਼ ਸਮ ਆਫ I प्लस ये आएगा मास ऑफ द रॉड एंड स्केयर ऑफ डिस्टेंस। हेयर डी के ना साढ़े कोल हाफ ऑफ द लेंथ एंड आई के ना 1/12 ml स्केयर। ये वैल्यू तुहानूं पहलां ही दस दित्ती सी है ना, तो इस वैल्यू फिल कर दी इस जगह ते। व्हाट डू वी गेट I डैश इज इक्वल टू 1/12 ml स्केयर प्लस M ਤੇ L/2 ਦਾ ਸਕੇਅਰ। ਕਰੋ ਸੋਲਵ, ਕੀ ਬਣ ਜਾਂਦਾ I ਡੈਸ਼ ਪਹਿਲੀ ਟਰਮ ਐਸ ਸੱਚ ਰਹੇਗੀ ML ਸਕੇਅਰ प्लस आ देखो ML ਸਕੇਅਰ अपॉन 4 है ना, सो 1/4 ml ਸਕੇਅਰ। सो 1/12 1/4 प्रैक्टिस रख दिए, ML स्केयर असी कॉमन कर दिए, 12 1 3 4/12 ml स्केयर, तो 1/3 ml स्केयर साडा आंसर आ जाता। सो की देखिया असी मोमेंट ऑफ इनर्शिया जिहड़ा वा ਇਹਦਾ ਰੋਡ ਜਿਹੜਾ ਇਸ ਸਾਈਡ 'ਤੇ ਕੀ ਆ 1/3 ml ਸਕੇਅਰ ਅਸੀਂ ਆਂਸਰ ਲੱਭ ਲਿਆ। ਆਹ ਖੜਾ ਆਂਸਰ ਖਤਮ ਹੋ ਗਿਆ ਇਸ ਕਾਲ। ਅਸੀਂ ਵੈਸੇ ਹੀ ਦੇਖੀਏ ਤਾਂ ਕੀ ਦੇਖਿਆ ਇਹ ਜਗ੍ਹਾ 'ਤੇ ਕਿੰਨਾ ML/1/12 ml ਸਕੇਅਰ, ਇਹ ਜਗ੍ਹਾ 'ਤੇ ਕਿੰਨਾ ਸਾਡੇ ਕੋਲ ਆ ਗਿਆ 1/3 ml ਸਕੇਅਰ। ਕੌਣ ਜ਼ਿਆਦਾ ਹੈ, ਕਿਹੜੀ ਵੈਲਿਊ ਜ਼ਿਆਦਾ ਇਹਨਾਂ 'ਚੋਂ? ਸੋ ਦਿਸ ਵੈਲਿਊ ਇਜ਼ ਗ੍ਰੇਟਰ ਦੈਨ ਦਿਸ। ਕੀ ਦੇਖਿਆ ਅਸੀਂ ਇਹ ਜਗ੍ਹਾ ਦੇ ਇਨਰਸ਼ੀਆ ਕੀ ਹੈ ਜ਼ਿਆਦਾ, ਇਹ ਜਗ੍ਹਾ ਦੇ ਸੈਂਟਰ ਥਰੂ ਇਨਰਸ਼ੀਆ ਕੀ ਹੈ ਘੱਟ। ਸੋ ਅਗਰ ਇਸ ਜਿਹਨੂੰ ਮੈਂ ਇਸ ਤਰ੍ਹਾਂ ਘੁਮਾਉਣਾ ਹੈ ਰੋਡ ਇੱਥੇ ਪਾ ਕੇ ਇਹਦੇ ਸੈਂਟਰ 'ਚ, ਤੈਨੂੰ ਘੁਮਾਉਣਾ ਆਸਾਨ ਹੈ, ਇਹਦਾ ਇਨਰਸ਼ੀਆ ਘੱਟ ਹੈਗਾ, ਥੋੜ੍ਹੀ ਫੋਰਸ ਨਾਲ ਘੁੰਮ ਜਾਏਗਾ। ਮਗਰ ਅਗਰ ਕਾਂਡੇ 'ਤੇ ਘੁਮਾਉਣਾ ਤਾਂ ਵੀ ਰਿਕੁਆਇਰ ਮੋਰ ਟਾਰਕ ਟੂ ਰੋਟੇਟ ਇਟ। ਸੋ ਇਨਰਸ਼ੀਆ ਜਿਹੜਾ ਸੈਂਟਰ ਤੋਂ ਦੂਰ ਗਿਆ ਜਦੋਂ ਐਕਸਿਸ 'ਤੇ ਵੱਧ ਗਿਆ ਸਾਡੇ ਕੋਲ। ਸੋ ਆਹ ਨੋਟ ਕਰ ਲਓ। तो इस जगह के पैरल एक्सिस असी दी थ्योरम अप्लाई की है। नैक्सट देखिए केस साढ़े को आ जाएगा अगर डिस्क वाला। सो लेट देयर बी ए यूनिफॉर्म डिस्क of mass m and radius r। तो डिस्क साढ़े को गोल बिल्कुल, पर थोड़ा जिहा असीं इस तरह बनावांगे तो सानूं चपटी नज़र आएगी। सो कहंदा आ साढ़े को डिस्क साढ़े को है, डिस्क भी सारी फिल्ड हैगी इस जगह ते ना। अगर ये कोई सेंटर था नहीं असी पास कर दी एक्सिस एंड एक्सिस पासिंग थ्रू सेंटर, इनर्शिया कितना आएगा। अगेन ਇਹਦਾ ਜਿਹੜਾ प्रूफ आ साडा पार्ट नहीं है, पर ਇਹਦੀ वैल्यू ਆਪਾਂ याद कर ਲੈਣੀ ਹੈਗੀ ਆ। सो मूवमेंट ऑफ इनर्शिया ऑफ एन एक्सिस परपेंडिकुलर टू प्लेन ऑफ डिस्क and passing through center of mass and passing through its center of mass is कितना आएगा I is equal to 1/2 mr स्केयर सानू
ਅਸੀਂ ਇਹਨੂੰ ਪ੍ਰੂਫ ਕਰ ਸਕਦੇ ਹਾਂ, ਜਿਹੜਾ ਕਿ ਸਾਡਾ ਪਾਰਟ ਨਹੀਂ ਸਿਲੇਬਸ ਦਾ। ਤਾਂ ਇਹ ਵੈਲਿਊ ਤੁਸੀਂ ਯਾਦ ਕਰ ਲੈਣੀ ਆ। ਇਹਨਾਂ ਹੁੰਦਾ ਅਗਰ ਉਹ ਐਕਸਿਸ ਜਿਹੜੀ ਇਸ ਡਿਸਕ ਦੇ ਪਰਪੈਂਡੀਕੂਲਰ ਹੈ, ਅਗਰ ਮੰਨ ਲਓ ਡਿਸਕ ਹੁੰਦੀ ਤੇ ਇਹਦੇ ਸੈਂਟਰ 'ਚ ਆ ਜਿਹੜੀ ਐਕਸਿਸ ਪੈਰਲ ਆ ਰਹੀ ਆ, ਇਹਦੇ ਆਸੇ ਪਾਸੇ ਘੁੰਮ ਰਹੀ ਹੈ ਨਾ, that would be 1.12 ml ਸਕੇਅਰ। ਉਹ ਨੈਕਸਟ ਜਿਹੜਾ ਕੁਐਸਚਨ ਸਾਡੇ ਕੋਲ ਆ ਜਾਂਦਾ ਵੀ ਇਹਦੇ ਡਾਇਆਮੀਟਰ ਥਾਣੀ, ਤੁਸੀਂ ਇਹ ਵੀ ਕਹਿ ਸਕਦੇ ਜੇ ਇੱਥੇ ਲੱਭ ਕੇ ਵੀ ਇੱਥੇ ਕੀ ਹੋਏਗਾ, ਅਗਰ ਕਿਸੇ ਟੇਂਜੈਂਟ ਥਾਣੀ ਲੱਗੇ ਤੇ ਕਿੰਨਾ ਆਏਗਾ, ਉਹ ਤੁਸੀਂ ਸੇਮ ml ਸਕੇਅਰ ਐਡ ਕਰ ਦੋਗੇ, r/2 ਸਕੇਅਰ ਐਡ ਕਰਕੇ ਕਰ ਸਕਦੇ ਜੀ। ਪਰ ਅਸੀਂ ਨਵਾਂ ਕੁਐਸਚਨ ਕਰਤਾ ਹੋਰ, ਉਹ ਵੀ ਕਰ ਸਕਦੇ ਆ। ਅਸੀਂ ਕਹਿੰਦੇ what would be movement of inertia of the disk about any diameter। ਅਸੀਂ ਕੀ ਲੱਭਣਾ ਚਾਹੁੰਦੇ ਆ ਵੀ ਇਹ ਡਿਸਕ ਦਾ ਸਾਨੂੰ ਇਹ ਕੁਐਸਚਨ ਆ ਜਾਂਦਾ, what is movement of inertia of disk about diameter। so ਲਿਖ ਲਈ we want to find movement of inertia of disk about its diameter। ਕੀ ਦੇਖੀਏ ਫਿਰ ਆਪਾਂ, ਅਸੀਂ ਉਹ ਥਿਊਰਮ ਨੂੰ ਅਪਲਾਈ ਕਰਾਂਗੇ, ਥਿਊਰਮ ਆਫ ਪਰਪੈਂਡੀਕੂਲਰ ਐਕਸਿਸ। ਸੋ ਤੁਹਾਨੂੰ ਦੋ ਐਕਸਿਸ ਲੈਣੀਆਂ ਪੈਣੀਆਂ ਜਿਹੜੀਆਂ ਆਪਸ ਕੀ ਨੇ, ਪਰਪੈਂਡੀਕੂਲਰ ਹੈ ਨੇ। ਸੋ ਦੇਖੀਏ ਆਪਾਂ, ਲੈਟ ਦੇਅਰ ਬੀ two diameters perpendicular to each other। पर कंडीशन की आपस की ने परपेंडिकुलर है ने। let one be along x-axis and other be along y-axis, ताकि तुम जा रहे सो करना ना। सो आई एक्स कितना आ गया, ए बी आई डी, आई वाई कितना आ गया, आई डी। According to theorem of perpendicular axis, ਸੋ ਡਾਇਗਰਾਮ ਤੁਸੀਂ ਇਹੋ ਬਣਾਉਣੀ ਹੈ। ਇੱਥੇ ਅਸੀਂ ਆ ਦੋ ਹੋਰ ਬਣਾਤੇ ਡਾਇਮੀਟਰ, ਇੱਕ x ਵਾਲੇ ਪਾਸੇ ਇੱਕ y ਵਾਲੇ ਪਾਸੇ। तो उपरों देखांगे असी इस तरह सानू दिखाई देगा आ डिस्क है, तो आ दो डायमीटर साढ़े को आ चुके ने, आ दो डायमीटर ने साढ़े कोल, ये एक्सिस साढ़े को जेड उपर आ रही है। हाँ ठीक है, साढ़े आई जेड इज इक्वल टू आई एक्स आई वाई आ गया साढ़े कोल। This IY is perpendicular, IZ is, now IZ is perpendicular to this plane of the disk। So IZ कितना है, I कहता इनू कहता ID, ये भी कितना आ गया साढ़े को ID, 2ID। तो I is equal to कितना सी 1/2 ml स्केयर, तुहानू वैल्यू सॉरी mr स्केयर वैल्यू दसती सी पहला ही भी वो एक्सिस जी डिस्क के परपेंडिकुलर है पर सेंटर ऑफ मास पास कर रही है, उसकी वैल्यू कितनी है 1/2 mr स्केयर। तो देयर फोर आई कितना आ गया आई डी इज इक्वल टू आई अपॉन 2। सो 1/2 इंटू 1/2 mr स्केयर, so we get so diameter across 1/4 mr स्केयर। सो अक्रॉस डायमीटर होर ਇਹਦਾ ਜਿਹੜਾ ਕੀ ਘਟ ਚੁੱਕਾ ਹੈ, ਮੂਵਮੈਂਟ ਦਾ ਨਸ਼ਾ ਹੋਰ ਘਟ ਜਾਂਦਾ ਸਾਡੇ ਕੋਲ। ਦੇਖ ਲਿਆ ਅਸੀਂ ਆ ਕੇਸ ਸਾਡੇ ਕੋਲ ਆ ਚੁੱਕਾ ਕਿਹਦਾ, ਡਿਸਕ ਦਾ। ਇਹਦੇ ਬਿਲਕੁਲ ਹੀ ਪੈਰਲਲ ਰਿੰਗ ਦਾ ਬਣ ਜਾਣਾ ਸਾਡੇ ਕੋਲ।
ਸੋ ਅਸੀਂ ਛੇਤੀ ਨਾਲ ਕਰ ਲਾਂਗੇ। ਤੁਸੀਂ ਸਾਰੇ ਸਟੈਪਸ ਦੇਖ ਲਏ ਨੇ। ਇਹਦੇ ਵਿੱਚ ਤੁਸੀਂ ਉਹ ਅਪਲਾਈ ਕਰ ਦੇਣਾ ਰਿੰਗ ਦਾ ਕੇਸ। ਅਸੀਂ ਸ਼ੁਰੂ ਕਰਨ ਲੱਗੇ ਹਾਂ। ਰਿੰਗ ਦੇ ਕੇਸ ਕੁਛ ਨਹੀਂ, ਆਈ ਕਿੰਨਾ ਸਾਡੇ ਕੋਲ ਆ ਜਾਂਦਾ ਹੈ mr²। ਰਿੰਗ ਕਿਸ ਤਰ੍ਹਾਂ ਸਾਨੂੰ ਸ਼ੋ ਕਰ ਦੇਣਾ ਸੀ, ਰਿੰਗ ਮੀਨਸ ਜਾਂ ਸਾਡੇ ਕੋਲ ਵੈਲ ਇਹ ਜਗ੍ਹਾ ਤੇ ਫਿਲ ਆ, ਬਾਕੀ ਸਾਰਾ ਅੰਦਰੋਂ ਕੀ ਖਾਲੀ। ਰਿੰਗ ਹੋ ਗਿਆ, ਕੜਾ ਹੋ ਗਿਆ, ਜਿੱਦਾਂ ਆਪਾਂ ਸ਼ੋ ਕਰਦੇ ਨਾ, ਵਿੱਚੋਂ ਖਾਲੀ ਹੈ। ਇਹ ਦੇਖੋ ਸਾਡੇ ਕੋਲ ਐਕਸਿਸ ਹੈ ਜਿਹੜੀ ਇਹਦੇ ਪਰਪੈਂਡੀਕੂਲਰ ਹੈ, ਤੇ ਪਾਸ ਕਿੱਥੋਂ ਕਰ ਰਹੀ ਹੈ ਥਰੂ ਸੈਂਟਰ ਆਫ ਐਕਸਿਸ, ਸੈਂਟਰ ਆਫ ਮਾਸ। ਉਹਦੇ ਕ੍ਰੋਸ ਮੰਨ ਲਿਆ ਅਸੀਂ ਕਿੰਨਾ ਆਈ ਹੈ ਸਾਡੇ ਕੋਲ, ਤਾਂ ਆਈ ਕਿੰਨਾ ਦਾ mr²। ਅਸੀਂ ਚਾਹੁੰਦੇ ਹਾਂ ਟੂ ਫਾਈਂਡ ਮੂਵਮੈਂਟ ਆਫ ਇਨਰਸ਼ੀਆ ਆਫ ਦਿਸ ਰਿੰਗ ਅਬਾਊਟ ਐਨੀ ਡਾਇਆਮੀਟਰ। ਸੋ ਤੁਸੀਂ ਅਗੇਨ ਇਸ ਤਰ੍ਹਾਂ ਹੀ ਕਰੋਗੇ, ਆਹ ਰਿਲੇਸ਼ਨ ਲਾਓਗੇ ਆਈ ਜ਼ੈਡ ਇਜ਼ ਆਈ ਐਕਸ ਪਲੱਸ ਆਈ ਵਾਈ। ਸਾਰਾ ਇਸ ਤਰ੍ਹਾਂ ਚੱਲੀ ਜਾਣਾ ਸਾਡੇ ਕੋਲ 2ID ਆ ਜਾਏਗਾ। ਇੱਥੇ ਸਿਰਫ ਇੱਥੇ ਫਰਕ ਆਉਣਾ, ਇੱਥੇ ਕਿਆ ਹੈ ਨਾ ਆਈ ਇਜ਼ ਇਕੁਅਲ ਟੂ mr²। ਸਾਰੇ ਸਟੈਪ ਸੇਮ ਨੇ। ਇੱਥੇ I/2, ਇੱਥੇ mr²। ਸੋ ਵੀ ਗੈਟ ID ਇਜ਼ ਇਕੁਅਲ ਟੂ 1/2 mr²। So this is the case of movement of inertia of ring about one of its diameter। तो बिल्कुल तुसी पैरल ही चलना वा डिस्क दे, तो करके देखना। अगर मुश्किल आई आनी तो नहीं चाहिए, कोई प्रॉब्लम है नहीं, सिर्फ उत्थे 1/2 mr² ਨਾਲ ਸ਼ੁਰੂ ਹੋਏ ਸੀ, ਇੱਥੇ ਅਸੀਂ mr² ਨਾਲ ਸ਼ੁਰੂ ਹੋ ਗਏ ਸੀ। ਉੱਥੇ ਉਹਦਾ ਹਾਫ ਆ ਗਿਆ ਸੀ, ਇੱਥੇ ਇਹਦਾ ਹਾਫ ਆ ਚੁੱਕਾ ਸਾਡੇ ਕੋਲ। ਤਾਂ ਆ ਵੀ ਸਾਨੂੰ ਕਲੀਅਰ ਹੋ ਗਿਆ। ਸੋ ਦੀਸ ਆਰ 2 ਐਗਜ਼ਾਮਪਲਸ ਆਫ ਪਰਪੈਂਡੀਕੂਲਰ ਐਕਸਿਸ। ਇੱਕ ਆਪਾਂ ਹੋਰ ਦੇਖ ਲਈਏ ਜਿਹੜਾ ਸਾਡਾ ਪਾਰਟ ਹੈ ਸਿਲੇਬਸ ਦਾ, ਦੈਟ ਇਜ਼ ਕੇਸ ਆਫ ਸਫੀਅਰ। ਮੈਂ ਆਪ ਕਰ ਲਗਾ तो ਕੀ ਦੇਖਿਆ, ਰਿੰਗ ਤੇ ਡਿਸਕ ਬਿਲਕੁਲ ਹੀ ਇੱਕੋ ਜਿਹੇ ਕੇਸ ਸਾਡੇ ਕੋਲ ਹੈ। ਸਿਰਫ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਜਿਹੜਾ ਪਰਪੈਂਡੀਕੂਲਰ ਐਕਸਿਸ ਪਾਸ ਕਰ ਰਹੀ ਸੈਂਟਰ ਤੋਂ, ਦੋਨਾਂ ਦਾ ਫਰਕ ਹੈਗਾ। ਹੁਣ ਆਪਾਂ ਕੇਸ ਦੇਖ ਲਈਏ, ਕੋਈ ਸਫੀਅਰ ਸਾਡੇ ਕੋਲ ਹੈ। ਸਫੀਅਰ ਦਾ ਕੇਸ ਕੀ ਆ, ਮੂਵਮੈਂਟ ਆਫ ਇਨਰਸ਼ੀਆ ਆਫ ਸਫੀਅਰ about an axis passing through its center is I is equal to 2/5 mr²। m ਕੀ ਆ, mass of sphere, r ਕੀ ਹੈ, radius of sphere। ਇਹ ਸਾਡੇ ਕੋਲ ਸਫੀਅਰ ਹੈ ਇਸ ਜਗ੍ਹਾ ਤੇ, ਕੋਈ ਵੀ ਐਕਸਿਸ ਜਿਹੜੀ ਆ ਇਹਦੇ ਸੈਂਟਰ 'ਚੋਂ ਪਾਸ ਕਰ ਰਹੀ ਹੈ। ਇਹਦੇ ਅਕਰੋਸ ਜਿਹੜਾ ਮੂਵਮੈਂਟ ਆਫ ਦੱਸਿਆ ਹੈਗਾ 2/5 mr²। ਤਾਂ ਆਹ ਇੱਕ ਫੈਕਟ ਆ ਜਿਹਦਾ ਪ੍ਰੂਫ ਆਪਾਂ ਨਹੀਂ ਸਾਡੇ ਸਿਲੇਬਸ ਆ ਪਾਉਣਾ, ਇਹ ਨੋਟ ਤੁਸੀਂ ਕਰ ਲਿਆ। ਤੁਹਾਨੂੰ ਕੁਐਸਚਨ ਇਹ ਆ ਜਾਂਦਾ, ਫਾਈਂਡ movement of inertia of any axis passing through the tangent। पे आ जाएगा तो वो पॉइंट देखना जिथे जस्ट टच कर दी भी लाइन, टेंजेंट थ्रू अप्लाई करना किस तरह। तो की करांगा, टेंजेंट असीं ड्रा कर ली, ਉਹਦੇ पैरल असीं एक एक्सिस पास कराती थ्रू द सेंटर ऑफ द स्फीयर। आ नोट कर लो, देखिए ये आई डैश रखती है। So let I dash be movement of inertia of sphere about a tangent। I be m moment of inertia of sphere about a parallel axis। पैरेलल की पैरेलल एक्सिस अबाउट
इतना कर अबाउट एन एक्सिस पैरेलल टू given tangent and passing through center. सो अगर सानू टेंजेंट थानी असी करनी लभनी आ तो टेंजेंट ड्रा कर लीए ਉਹਦੇ पैरेलल असी एक लाइन ड्रा कर दी एक्सिस कितों ड्रा की है सफीयर के सेंटर चों कर लिया असी इन्नी गल फिर साडी किहड़ी थ्योरम लगेगी फ्रॉम थ्योरम ऑफ पैरेलल एक्सिस फ्रॉम थ्योरम ऑफ I dash is equal to I plus md square. सो दोवां च डिस्टेंस कितना है डिस्टेंस कितना रहेगा जितना रेडियस साढ़े को है तो क्या आएगा ये कितना साढ़े को तो लिख लिए d इज इक्वल टू r हेयर d इज इक्वल टू r एंड I कितना है स्पीयर के केस जो सेंटर चो पड़े पास करे हाफ एम आर स्केयर सो वैल्यू फिल कर दी इस जगह ते इत्थे आ जाएगा 2/5 mr square plus mr square. So 2/5 plus 1 mr square. So ऊपर असी सॉल्व कर लेने नू तो कितना आ जाएगा I डैश देखो इट कम्स आउट टू 7 अपॉन जस्ट स्टेप्स बता दिए आप 2 + 5 upon 5 mr square. It comes out to be 7 upon 5 mr square. So this is the moment of inertia of sphere about an axis passing through the tangent of to the sphere. So note कर लो. So की देखिया आज ਅਸੀਂ ਅੱਜ ਗੱਲ ਕੀਤੀ ਮੂਵਮੈਂਟ ਆਫ ਇਨਰਸ਼ੀਆ ਦੀ ਉਹ ਕੀ ਚੀਜ਼ ਹੈ ਉਹ ਸੇਮ ਰੋਲ ਵੇ ਕਰਦਾ ਜੋ ਮਾਸ ਕਰਦਾ ਲੀਨੀਅਰ ਮੋਸ਼ਨ ਉਹ ਗੱਲ ਹੋ ਗਈ ਵਿੱਚ ਦੋ ਗੱਲਾਂ ਆ ਰਹੀ ਸਾਡੇ ਕੋਲ ਇਟ ਡਿਪੈਂਡਸ ਅਪੋਨ ਦਾ ਮਾਸ ਆਫ ਦਾ ਪਾਰਟੀਕਲਸ ਤੇ ਵੀ ਕਰੇਗਾ ਨਾਲ ਕੀ ਉਹਦਾ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਦੀ ਹੈਗੀ ਕੌਣ ਕਿੰਨਾ ਪਾਰਟੀਕਲ ਦਾ ਮਾਸ ਕਿੱਥੇ ਕਿੱਥੇ ਪਿਆ ਇਟ ਮੀਨਸ ਇਟ ਡਿਪੈਂਡਸ ਅਪੋਨ ਦਾ ਐਕਸਿਸ ਐਂਡ ਰੋਟੇਸ਼ਨ ਐਂਡ ਓਰੀਐਂਟੇਸ਼ਨ ਆਫ ਐਕਸਿਸ ਆਲਸੋ ਉੱਤੇ ਡਿਪੈਂਡ ਕਰਦੀ ਸਾਡੇ ਕੋਲ ਸੋ ਇਹ ਮਾਸ ਦੀ ਤਰ੍ਹਾਂ ਕੌਨਸਟੈਂਟ ਚੇਂਜ ਨਹੀਂ ਹੈ ਸੋ ਆਪਾਂ ਦੇਖ ਲਿਆ ਕੇਸ ਹੁਣ ਹੁਣੇ ਸਵੇਰ ਦੇ ਕਿਸਾ ਸੀ ਸੈਂਟਰ 'ਚ ਐਕਸਿਸ ਪਾਸ ਕਰੀਏ ਤੇ ਵੈਲਿਊ ਇਨਰਸ਼ੀਆ ਦੀ ਕੁਝ ਹੋਰ ਆ ਰਹੀ ਹੈ ਟੈਂਜੈਂਟ ਦੀ ਕੁਝ ਹੋਰ ਆ ਰਹੀ ਹੈ ਥੋੜਾ ਹੋਰ ਕਿਤੇ ਲਾਈਨ ਪਾਸ ਕਰਾਂਗੇ ਤੇ ਇਟ ਵੁੱਡ ਗੈਟ ਚੇਂਜਡ ਤੇ ਉਹਦੀ ਹੈਲਪ ਕਰਨਾ ਫਿਰ ਸਾਡੇ ਕੋਲ ਫਿਰ ਆਪਾਂ ਦੋ ਥਿਊਰਮਸ ਸਾਡੇ ਕੰਮ ਆਉਂਦੀਆਂ ਥਿਊਰਮ ਆਫ ਪੈਰਲਲ ਐਕਸਿਸ ਥਿਊਰਮ ਆਫ ਪਰਪੈਂਡੀਕੂਲਰ ਐਕਸਿਸ ਤੇ ਉਹਨਾਂ ਦੀ ਐਪਲੀਕੇਸ਼ਨਸ ਅਸੀਂ ਦੇਖੀਆਂ ਤੁਸੀਂ ਧਿਆਨ ਨਾਲ ਦੇਖਣਾ ਇਹਨਾਂ ਨੂੰ ਕੋਈ ਮੁਸ਼ਕਲ ਆਏ ਤੇ ਮੈਨੂੰ ਕੁਐਰੀ ਪਾ ਦੇਣਾ ਥੈਂਕ ਯੂ ਕਲਾਸ